ਤੁਸੀਂ ਕਹਿ ਰਹੇ ਹੋ ਥੋੜੀ ਦੇਰ ਪਹਿਲਾਂ ਮੈਡਮ 380 ਦਾ ਦਿੰਦੇ ਆ, ਇਹ ਵਿਅਕਤੀ ਖੜਾ ਵੀ 380 ਰੁਪਏ ਦਾ ਖਰੀਦਣ ਲਈ ਤਿਆਰ ਹੈ, ਹੁਣ 75 ਦਾ ਕਿਵੇਂ ਹੋ ਗਿਆ? ਪ੍ਰਿੰਟ 380 ਦਾ ਆਉਂਦਾ ਨਾ ਜੀ, ਉਹ 75 ਦਾ 75 ਰੁਪਏ ਦਿੰਦੇ ਜੀ 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 ਜੀ। ਔਰ ਇੱਥੇ ਦੇ ਗਾਹਕ ਲਗਾ 380 ਦਾ ਦਿੰਦਾ। ਫੀਸ ਵੀ ਹੈ ਸਰ, ਅਲੱਗ ਫੀਸ ਹੈ ਤੇ ਕਿੰਨੀ ਫੀਸ ਹੈ ਉਹ 75 ਦੱਸ ਦਿਓ ਦਾ ਮਾੜਾ ਜਿਹਾ detail। 300 300 ਕਿਸ ਚੀਜ਼ ਦੀ ਫੀਸ ਹੈ? ਉਹ ਤਾਂ ਮੈਡਮ ਦੀ ਅਸਰ ਜਦੋਂ ਪੇਸ਼ੈਂਟ ਆਉਂਦਾ ਦਿਖਾਉਂਦਾ ਉਸ ਚੀਜ਼ ਲਈ। ਅੱਛਾ, ਉਹ ਤਾਂ 380 ਰੁਪਏ ਦਿੰਦੇ। ਜੀ ਜੀ ਜੀ। ਕਿੱਦਾਂ ਰੁਪਏ ਦਾ ਦਿੰਦੇ? 380 ਛੋਟਾ 220 ਹਮੇਸ਼ਾ ਹੀ ਰੇਟ ਮਿਲਦਾ। यही रेट है। ਕਿੰਨੇ ਰੁਪਏ ਦਵਾਈ ਖਾਂਦੇ ਹੋ? ਠੀਕ ਨਹੀਂ ਫਿਰ ਮੈਂ 380 ਮਿਲਦਾ ਕਿਹੜੀ ਖਾਣਾ? ਕਿੰਨੇ ਦਾ ਪੱਤਾ ਜੀ? ਕਿਹੜਾ ਐਡਨੋਵਰ। ਇੱਕ ਤਾਂ ਵੱਡਾ ਪੱਤਾ 280 ਵਾਲਾ, ਛੋਟਾ ਪੱਤਾ 200 ਵਾਲਾ। ਸਤਿ ਸ਼੍ਰੀ ਅਕਾਲ ਜੀ, ਮੈਂ ਅਨੁਰਾਗ ਸ਼ਰਮਾ, ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਡੇਲੀ ਪੋਸਟ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਲੋਕ ਨਸ਼ਾ ਛੱਡਣਾ ਚਾਹੁੰਦੇ ਆ, ਉਹਨਾਂ ਦੀ ਮਦਦ ਕੀਤੀ ਜਾਵੇ। ਸੋ ਇਹ ਉਪਰਾਲਾ ਪੰਜਾਬ ਸਰਕਾਰ ਵੱਲੋਂ ਵੀ ਕੀਤਾ ਗਿਆ ਔਰ ਬੜਾ ਹੀ ਸ਼ਲਾਘਾਯੋਗ ਉਪਰਾਲਾ ਸੀ ਕਿ ਸਰਕਾਰ ਨੇ ਉਹਨਾਂ ਨੌਜਵਾਨਾਂ ਦੀ ਮਦਦ ਕਰਨ ਦੀ ਗੱਲ ਕੀਤੀ ਹੈ ਜੋ ਲੋਕ ਨਸ਼ਾ ਛੱਡਣਾ ਚਾਹੁੰਦੇ ਆ ਤੇ ਆਪਣਾ ਮੁੜ ਵਸੇਵਾ ਕਰਨਾ ਚਾਹੁੰਦੇ ਆ, ਵਧੀਆ ਜ਼ਿੰਦਗੀ ਜੀਣ ਚਾਹੁੰਦੇ ਆ। ਸੋ ਉਹਨਾਂ ਦੇ ਲਈ ਸਰਕਾਰ ਵੱਲੋਂ 106 ਦੇ ਲਗਭਗ ਜਿਹੜੇ ਹੈ ਨਸ਼ਾ ਛਡਾਊ ਕੇਂਦਰ ਨਿਰਧਾਰਿਤ ਕੀਤੇ ਗਏ ਸੀ। ਇਹ ਨਸ਼ਾ ਛਡਾਊ ਕੇਂਦਰ ਕੁਝ ਸਰਕਾਰੀ ਸਨ ਤੇ ਕੁਝ ਗੈਰ ਸਰਕਾਰੀ ਡਾਕਟਰਾਂ ਨੂੰ ਮਾਨਤਾ ਦੇ ਕੇ ਉਹਨਾਂ ਨੂੰ ਇਹ ਜਿਹੜੇ ਸੈਂਟਰ ਹੈ ਚਲਾਉਣ ਦੀ ਪਰਮਿਸ਼ਨ ਦੇ ਦਿੱਤੀ ਗਈ ਸੀ। ਸੋ ਇਸ ਪਰਮਿਸ਼ਨ ਤੋਂ ਬਾਅਦ ਕੀ ਹੁੰਦਾ ਹੈ ਕਿ ਜਿਹੜੇ ਲੋਕ ਨੇ, ਜੋ ਡਾਕਟਰਸ ਨੇ, ਕਈ ਡਾਕਟਰ ਨੇ ਜਾਂ ਸਿਫਾਰਿਸ਼ ਲਗਾ ਲਓ ਜਾਂ ਕੋਈ ਰੁਤਬਾ ਲਗਾ ਲਓ ਜਾਂ ਕਿਸੇ ਸਟੇਟਸ ਦੇ ਚੱਲਦਿਆਂ ਇੱਕ ਇੱਕ ਵਿਅਕਤੀ ਵੱਲੋਂ ਕਈ ਜਿਹੜੇ ਹੈ ਇਸ ਤਰ੍ਹਾਂ ਦੇ ਹਸਪਤਾਲ ਲੈ ਲਿੱਤੇ ਗਏ, ਉਹਨਾਂ ਦੀ ਮਾਨਤਾ ਲੈ ਲਿੱਤੀ ਗਈ ਤੇ ਉਸ ਤੋਂ ਬਾਅਦ ਸ਼ੁਰੂ ਹੁੰਦਾ ਚੱਕਰਵਿਊਹ ਲੁੱਟ ਕਰਨ ਦਾ। ਸੋ ਲੁੱਟ ਕਿਸ ਤਰ੍ਹਾਂ ਹੋ ਰਹੀ ਹੈ ਤੁਹਾਨੂੰ ਸਾਫ਼ ਕਰ ਦਈਏ ਕਿ ਇੱਕ ਗੋਲੀਆਂ ਦਾ ਪੱਤਾ ਜਿਹੜਾ ਕਿ ਮਰੀਜ਼ ਨੂੰ ਦਿੱਤਾ ਜਾਂਦਾ, ਜਿਸ ਦੇ ਵਿੱਚ ਉਸ ਦੀ ਮਦਦ ਕੀਤੀ ਜਾਂਦੀ ਹੈ ਕਿ ਉਹ ਉਸ ਗੋਲੀ ਦੇ ਸਹਾਰੇ ਜਿਹੜਾ ਨਸ਼ਾ ਉਹ ਕਰ ਰਿਹਾ, ਚਾਹੇ ਉਹ ਫੀਮ, ਭੁੱਕੀ, ਪੋਸਟ ਕੁਝ ਵੀ ਖਾ ਰਿਹਾ, ਉਸ ਨੂੰ ਛੱਡਣ ਦੇ ਵਿੱਚ ਉਹ ਗੋਲੀ ਸਹਾਇਕ ਹੁੰਦੀ ਹੈ। ਉਹ ਵਿਅਕਤੀ ਇੱਕ ਗੋਲੀ ਰੋਜ਼ ਖਾਂਦਾ। ਸੋ ਸਰਕਾਰ ਉਸ ਦਾ ਰੇਟ ਨਿਰਧਾਰਿਤ ਕਰਦੀ ਹੈ 7.5 ਰੁਪਏ ਇੱਕ ਗੋਲੀ, ਮਤਲਬ 7.5 ਰੁਪਏ ਦੀ ਇੱਕ ਗੋਲੀ, 10 ਗੋਲੀਆਂ ਦਾ ਪੱਤਾ 75 ਰੁਪਏ ਦਾ, ਜੋ ਕਿ ਇਸ ਤਰ੍ਹਾਂ ਦੇ ਜਿਹੜੇ ਸੈਂਟਰ ਹੁੰਦੇ ਆ, ਜੋ ਕਿ ਨਸ਼ਾ ਛਡਾਊ ਕੇਂਦਰ ਹੁੰਦੇ ਆ, ਇਹਨਾਂ ਵੱਲੋਂ 75 ਰੁਪਏ ਦਾ ਇੱਕ ਮਰੀਜ਼ ਨੂੰ ਦਿੱਤਾ ਜਾਂਦਾ। ਉਸ ਮਰੀਜ਼ ਦੀ ਇੱਕ ਫਾਈਲ ਬਣਦੀ ਹੈ, ਉਸ ਦੀ ਜਿਹੜੀ ਹੈ ਫਾਈਲ ਦੇ ਹਿਸਾਬ ਸਿਰ ਉਸ ਨੂੰ ਨੰਬਰ ਲਗਾ ਕੇ ਇੱਕ ਪੱਤਾ ਦਿੱਤਾ ਜਾਂਦਾ। ਪਰ ਕਈ ਥਾਵਾਂ ਤੇ ਦੇਖਣ ਨੂੰ ਮਿਲ ਰਿਹਾ, ਇੱਕ ਅਸੀਂ ਸਟੋਰੀ ਨਜ਼ਰ ਕੀਤੀ, ਉਸ ਤੋਂ ਬਾਅਦ ਕਈ ਲੋਕਾਂ ਨੇ ਇਹ ਲਿਖ ਕੇ ਪਾਇਆ ਕਿ ਸਾਰੇ ਕਿਤੇ ਇਹੀ ਹਾਲ ਹੈ, ਹਰ ਸੈਂਟਰ ਦੇ ਵਿੱਚ 380 ਰੁਪਏ ਦਾ ਜਿਹੜਾ ਹੈ ਪੱਤਾ ਦਿੱਤਾ ਜਾ ਰਿਹਾ। ਸੋ ਕਈ ਲੋਕ ਇਸ ਦਾ ਹਵਾਲਾ ਦਿੰਦੇ ਕਿ ਅਸੀਂ ਕੰਸਲਟੈਂਟ ਫੀਸ ਲੈਂਦੇ ਆ, ਇਸ ਕਰਕੇ ਉਹ ਜਿਹੜਾ ਪੱਤਾ ਹੈ 380 ਰੁਪਏ ਦਾ ਹੋ ਜਾਂਦਾ। ਪਰ ਕਿਸ ਤਰ੍ਹਾਂ ਹੋ ਸਕਦਾ ਇੱਕ 75 ਰੁਪਏ ਦਾ ਪੱਤਾ 380 ਰੁਪਏ ਦਾ 600 ਰੁਪਏ ਕੰਸਲਟੇਸ਼ਨ ਫੀਸ ਕਿਉਂ ਚਾਰਜ ਕੀਤੀ ਜਾਂਦੀ ਹੈ? ਕਿਉਂਕਿ ਜਿਹੜਾ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ, ਸਰਕਾਰ ਉਸ ਦੀ ਮਦਦ ਕਰਨਾ ਚਾਹੁੰਦੀ ਹੈ। ਉਹ ਮਦਦ ਇਸ ਲਈ ਕੀਤੀ ਜਾਂਦੀ ਹੈ ਕਿ ਉਹ ਇੱਕ ਅੱਛੇ ਜੀਵਨ ਦੀ ਵਿਉਂਤਬੰਦੀ ਕਰ ਰਿਹਾ, ਅੱਛੇ ਜੀਵਨ ਦੀ ਸ਼ੁਰੂਆਤ ਕਰ ਰਿਹਾ ਤੇ ਨਸ਼ੇ ਵਰਗੇ ਕੋੜ ਚੋਂ ਨਿਕਲ ਕੇ ਇੱਕ ਅੱਛਾ ਜੀਵਨ ਆਪਣੇ ਪਰਿਵਾਰ ਦੇ ਨਾਲ ਬਿਤਾਉਣਾ ਚਾਹੁੰਦਾ। ਪਰ ਇੱਥੇ ਉਸ ਦੀ ਇੰਨੀ ਆਰਥਿਕ ਲੁੱਟ ਹੋ ਜਾਂਦੀ ਹੈ ਕਿ ਉਹ ਵਿਅਕਤੀ ਨਾ ਘਰ ਦਾ ਨਾ ਘਾਟ ਦਾ ਵਾਲਾ ਕੰਮ ਹੋ ਜਾਂਦਾ। ਉਸ ਦੀ ਜਦੋਂ ਵੀ ਤੋੜ ਟੁੱਟਦੀ ਹੈ ਉਸ ਨੂੰ ਇਹ ਗੋਲੀ ਖਾਣੀ ਪੈਂਦੀ ਹੈ। ਇਹ ਗੋਲੀ ਖਾ ਕੇ ਹੌਲੀ 6 ਮਹੀਨੇ ਸਾਲ ਦੇ ਵਿੱਚ ਉਸ ਵਿਅਕਤੀ ਤੋਂ ਨਸ਼ਾ ਜਿਹੜਾ ਹੈ ਦੂਰ ਹੋ ਜਾਂਦਾ। ਪਰ ਉਦੋਂ ਤੱਕ ਉਸ ਦੀ ਆਰਥਿਕ ਲੁੱਟ ਇੰਨੀ ਹੋ ਚੁੱਕੀ ਹੁੰਦੀ ਹੈ ਕਿ ਉਹ ਵੈਸੇ ਹੀ ਗਰੀਬ ਹੋ ਜਾਂਦਾ। ਸੋ ਇਸ ਵਕਤ ਵੀ ਅਸੀਂ ਪਟਿਆਲਾ ਦੇ ਇੱਕ ਨਸ਼ਾ ਛਡਾਊ ਕੇਂਦਰ ਦੇ ਵਿੱਚ ਲਾਈਫ ਕੇਅਰ ਨਿਊਰੋ ਫਿਜ਼ੀਕਲ ਡਿਟੈਕਸ਼ਨ ਡੀ ਐਡਿਕਸ਼ਨ ਸੈਂਟਰ ਹੈ, ਇਸ ਦੇ ਬਾਹਰ ਖੜੇ ਆ। ਇੱਥੇ ਹੁਣੇ ਤੁਸੀਂ ਦੇਖਿਆ ਕਿ ਅਸੀਂ ਇੱਥੇ ਦੇ EMPLOYE ਨਾਲ ਗੱਲ ਕੀਤੀ ਹੈ, ਜੋ ਕਿ ਇੱਕ ਵਿਅਕਤੀ ਨੂੰ ਬਿਨਾਂ ਕਿਸੇ ਪਰਚੀ, ਬਿਨਾਂ ਕਿਸੇ ਫਾਈਲ ਤੋਂ 5 ਗੋਲੀਆਂ ਸ਼ਾਇਦ ਉਹ ਦੇ ਰਹੇ ਸੀ ਤੇ ਉਸ ਦੇ ਪੈਸੇ ਉਹ ਚਾਰਜ ਕਰ ਰਹੇ ਸੀ। ਉਸ ਤੋਂ ਬਾਅਦ ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਆਪ ਮੰਨਿਆ ਕਿ 380 ਰੁਪਏ ਦਾ ਅਸੀਂ ਪੱਤਾ ਦਿੰਦੇ ਹਾਂ, ਇੱਕ ਪੱਤਾ ਅਸੀਂ 220 ਰੁਪਏ ਦਾ ਦਿੰਦੇ ਹਾਂ। ਆਖਰ 75 ਰੁਪਏ ਵਾਲਾ ਪੱਤਾ 380 ਰੁਪਏ ਦਾ ਕਿਸ ਤਰ੍ਹਾਂ ਹੋ ਜਾਂਦਾ, ਇਹ ਜਾਣਾਂਗੇ ਅਸੀਂ ਇਹਨਾਂ ਤੋਂ ਤੇ ਉਸ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਤੋਂ, ਕਿਉਂਕਿ ਐਡੀ ਵੱਡੀ ਧਾਂਦਲੀ ਕਿਸ ਤਰ੍ਹਾਂ ਚੱਲ ਸਕਦੀ ਹੈ ਬਿਨਾਂ ਵਿਭਾਗ ਦੇ ਮਿਲੀ ਭੁਗਤ ਦੇ ਜਾਂ ਫਿਰ ਬਿਨਾਂ ਵਿਭਾਗ ਨੂੰ ਪਤਾ ਹੋਏ। ਇਸ ਬਾਰੇ ਵੀ ਵਿਭਾਗ ਦੇ ਨਾਲ ਗੱਲ ਕਰਾਂਗੇ, ਸਿਵਲ ਸਰਜਨ ਨਾਲ ਗੱਲ ਕਰਾਂਗੇ, ਜਿੰਨੇ ਵੀ ਸੰਬੰਧਿਤ ਅਧਿਕਾਰੀ ਹੋਣਗੇ ਉਹਨਾਂ ਨਾਲ ਗੱਲ ਕਰਾਂਗੇ। ਆਖਰ ਇਸ ਦੀ ਜੜ ਤੱਕ ਜਾਣਾ ਹੋਏਗਾ ਕਿ ਕਿਉਂ ਇਸ ਤਰ੍ਹਾਂ ਉਹਨਾਂ ਲੋਕਾਂ ਦੀ ਲੁੱਟ ਹੋ ਰਹੀ ਹੈ ਜੋ ਲੋਕ ਮੁੜ ਵਸੇਵਾ ਕਰ ਅੱਛਾ ਜੀਵਨ ਬਤੀਤ ਕਰਨ ਦੇ ਇੱਛੁਕ ਨੇ। ਸੋ 75 ਰੁਪਏ ਵਾਲੀ ਚੀਜ਼ 380 ਰੁਪਏ ਦੇ ਵਿੱਚ ਕਿਸ ਤਰ੍ਹਾਂ ਇਹ ਡਾਕਟਰ ਵੇਚ ਰਹੇ ਨੇ, ਕਿਉਂ ਇੰਨੇ ਲਾਲਚ ਦੇ ਵਿੱਚ ਆ ਕੇ ਲੋਕਾਂ ਤੋਂ ਉਹਨਾਂ ਦੀ ਜੇਬਾਂ 'ਚੋਂ ਪੈਸੇ ਕਢਾਏ ਜਾ ਰਹੇ ਹਨ? ਕਾਰਨ ਕੀ ਹੈ ਕਿ ਇਹ ਗੋਲੀ ਬਿਨਾਂ ਉਸ ਵਿਅਕਤੀ ਦਾ ਸਰਦਾ ਨਹੀਂ ਹੈ, ਕਿਉਂਕਿ ਜਦੋਂ ਨਸ਼ੇ ਦੀ ਤੋੜ ਹੁੰਦੀ ਹੈ, ਉਹ ਨਸ਼ਾ ਜਿਹੜਾ ਹੈ ਟੁੱਟ ਰਿਹਾ ਹੁੰਦਾ, ਉਸ ਵਕਤ ਉਸ ਦੇ ਲਈ ਉਹ ਗੋਲੀ ਜੀਵਨਦਾਨ ਵਰਗੀ ਹੁੰਦੀ ਹੈ। ਉਸ ਲਈ ਜੋ ਗੋਲੀ ਮਜਬੂਰੀ ਬਣ ਜਾਂਦੀ ਹੈ ਤੇ ਉਸ ਵਿਅਕਤੀ ਦੀ ਮਜਬੂਰੀ ਦਾ ਜਿਹੜਾ ਐਸੇ ਲੋਕ ਫਾਇਦਾ ਚੱਕ ਰਹੇ ਹਨ, ਜੋ ਕਿ ਸਰਾਸਰ ਇੱਕ ਬੇਈਮਾਨੀ ਹੈ, ਸਰਾਸਰ ਇੱਕ ਧੋਖਾ ਤੇ ਨਾਲ ਪੰਜਾਬ ਸਰਕਾਰ ਦੀਆਂ ਅੱਖਾਂ ਦੇ ਵਿੱਚ ਵੀ ਧੂਲ ਝੋਂਕੀ ਜਾ ਰਹੀ ਹੈ। ਹੁਣ ਇੱਥੇ ਇਹ ਵੀ ਸਵਾਲ ਹੈ ਕਿ ਆਖਰਕਾਰ ਇਹ ਪ੍ਰਸ਼ਾਸਨ ਨੂੰ ਕਿਉਂ ਨਹੀਂ ਪਤਾ ਲੱਗਦਾ, ਇਹ ਲੋਕ ਸ਼ਿਕਾਇਤ ਕਿਉਂ ਨਹੀਂ ਕਰਦੇ? ਉਹ ਤੁਹਾਨੂੰ ਦੱਸ ਦਿੰਦੇ, ਪ੍ਰਸ਼ਾਸਨ ਨੂੰ ਕਿਉਂ ਨਹੀਂ ਪਤਾ ਲੱਗਦਾ? ਇਹ ਵੱਡਾ ਸਵਾਲੀਆ ਨਿਸ਼ਾਨ ਹੈ। ਇਸ
ਪ੍ਰਸ਼ਾਸਨ ਦੇ ਅਧਿਕਾਰੀ ਹੀ ਦੱਸ ਪਾਣਗੇ, ਆਪਾਂ ਉਹਨਾਂ ਤੋਂ ਪੁੱਛਾਂਗੇ। ਪਰ ਉਹ ਵਿਅਕਤੀ ਕਿਉਂ ਨਹੀਂ ਦੱਸਦੇ, ਉਹਨਾਂ ਦੇ ਵਿੱਚ ਹਮੇਸ਼ਾ ਹੀ ਡਰ ਰਹਿੰਦਾ ਕਿ ਜੇ ਅਸੀਂ ਇਸ ਦੇ ਖਿਲਾਫ ਸ਼ਿਕਾਇਤ ਕਰਦੇ ਹਾਂ ਤੇ ਸਾਨੂੰ ਮੁੜ ਕੇ ਦਵਾਈ ਮਿਲਣੀ ਬੰਦ ਹੋ ਜਾਂਦੀ ਹੈ। ਮਤਲਬ ਪੂਰੀ ਤਰ੍ਹਾਂ ਜਿਹੜਾ ਹੈ ਧੱਕੇ ਦਾ ਕਾਰੋਬਾਰ ਚੱਲ ਰਿਹਾ ਤੇ ਲੋਕਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ। ਸੋ ਇਸ ਦੀ ਤੁਹਾਨੂੰ ਅਸੀਂ ਫੁਟੇਜ ਵੀ ਦਿਖਾਵਾਂਗੇ ਜੋ ਕਿ ਸਾਡੇ ਕੋਲ ਕੈਮਰੇ 'ਚ ਰਿਕਾਰਡ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੇਕਰ ਕੋਈ ਅਧਿਕਾਰੀ ਗੱਲ ਕਰਦਾ। ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਇਸ ਹਸਪਤਾਲ ਦੇ ਜਿਹੜੇ ਓਨਰ ਹੈ ਉਹ ਜ਼ੀਰਕਪੁਰ ਦੇ ਵਿੱਚ ਕਿਤੇ ਜੌਬ ਕਰਦੇ ਆ। ਇੱਥੋਂ ਦੇ EMPLOYE ਨੇ ਦੱਸਿਆ ਕਿ ਉਹ ਸਵੇਰੇ ਆਉਂਦੇ ਆ ਤੇ ਕੁਝ ਮਰੀਜ਼ਾਂ ਨੂੰ ਮਿਲਣ ਤੋਂ ਬਾਅਦ ਉਹ ਜ਼ੀਰਕਪੁਰ ਚਲੇ ਜਾਂਦੇ ਆ। ਮਤਲਬ ਇਹ ਹਸਪਤਾਲ ਨਾ ਰਹਿ ਕੇ ਦੁਕਾਨ ਹੋ ਗਿਆ। ਉਸ ਤੋਂ ਬਾਅਦ ਇੱਥੇ ਆਈ ਜਾਂਦੇ ਆ ਮਰੀਜ਼ ਤੇ ਗੋਲੀਆਂ ਲਈ ਜਾਂਦੇ ਆ। ਕਈ ਲੋਕ ਸ਼ਾਇਦ ਬਿਨਾਂ ਪਰਚੀ ਤੋਂ ਵੀ ਗੋਲੀ ਲੈ ਜਾਂਦੇ ਹੋਣੇ। ਜੇਕਰ ਕੋਈ ਪਰਚੀ ਦੇਖਣ ਵਾਲਾ ਨਹੀਂ ਹੈ, ਕੋਈ ਪੁੱਛਣ ਵਾਲਾ ਨਹੀਂ ਹੈ, ਕੋਈ ਚੈੱਕ ਕਰਨ ਵਾਲਾ ਨਹੀਂ ਹੈ ਤੇ ਇਹ ਤਾਂ ਫਿਰ ਕੰਸਲਟੈਂਟ ਫੀਸ ਵੀ ਨਹੀਂ ਜਿਹੜੀ ਲੈ ਸਕਦੇ। ਫਿਰ ਇਹ 380 ਦਾ ਪੱਤਾ ਕਿਵੇਂ ਵੇਚ ਸਕਦੇ ਆ? ਇਸ ਦਾ ਜਵਾਬ ਇਹਨਾਂ ਤੋਂ ਹੀ ਮੰਗਾਂਗੇ। ਆਖਰ ਇਹ ਜਿਹੜੀ ਹੈ ਲੁੱਟ ਕਸੁੱਟ ਕਦੋਂ ਤੱਕ ਜਾਰੀ ਰਹੇਗੀ ਅਤੇ ਕਿਉਂ ਜਾਰੀ ਹੋਈ ਹੈ? ਇਹ ਲੁੱਟ ਉਹਨਾਂ ਲੋਕਾਂ ਦੀ ਹੈ ਜੋ ਨਵਾਂ ਜੀਵਨ ਬਤੀਤ ਕਰਨਾ ਚਾਹੁੰਦੇ ਆ। ਸੋ ਡਿਟੇਲ ਵਿੱਚ ਜਾਣਕਾਰੀ ਦੇ ਲਈ ਇਹਨਾਂ ਦੇ ਕਿਸੇ ਅਧਿਕਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਗੱਲ ਇਹ ਲੋਕ ਕਰਦੇ ਨਹੀਂ ਹੈ। ਤੁਹਾਡੇ ਸਾਹਮਣੇ ਹੈ, ਗੇਟ ਵੀ ਲੋਹੇ ਦਾ ਲਾਇਆ ਹੋਇਆ। ਪੁੱਛਦੇ ਹਾਂ ਕਿ ਤੁਸੀਂ ਅਗਰ ਕਿਸੇ ਨਾਲ ਗੱਲ ਕਰਾ ਸਕਦੇ ਹੋ ਤੇ ਅਸੀਂ ਉਹਨਾਂ ਨਾਲ ਗੱਲ ਕਰਕੇ ਇਸ ਦੇ ਉੱਤੇ ਸਪਸ਼ਟੀਕਰਨ ਲੈ ਲਈਏ। ਉਸ ਤੋਂ ਬਾਅਦ ਅਸੀਂ ਵਿਭਾਗ ਤੋਂ ਸਪਸ਼ਟੀਕਰਨ ਮੰਗਾਂਗੇ ਕਿ ਆਖਰ ਐਡੀ ਵੱਡੀ ਧਾਂਦਲੀ ਉਹਨਾਂ ਦੀ ਨੱਕ ਨੀਚੇ ਕਿਸ ਤਰ੍ਹਾਂ ਚੱਲ ਰਹੀ ਹੈ। ਗੱਲ ਕਰਨ ਦੀ ਕਰਦੇ ਹਾਂ ਕੋਸ਼ਿਸ਼। ਆ ਜਾਓ। ਅੰਦਰ ਨਹੀਂ ਆਉਣ ਦੋਗੇ? ਅੱਛਾ ਬਸ ਅੱਛਾ ਲੌਕ ਕਰਕੇ ਜਾਣ। ਬਸ ਇੰਨਾ ਹੀ ਪੁੱਛਣਾ ਚਾਹੁੰਦੇ ਹਾਂ, ਜਿਹੜਾ ਅਡੋਪ ਦਾ ਪੱਤਾ ਤੁਸੀਂ 380 ਰੁਪਏ ਦਾ ਦਿੰਦੇ ਹੋ ਜੀ? ਨਹੀਂ ਸਰ 75। ਇਹ ਤਾਂ ਹੁਣ ਤੁਸੀਂ ਕਹਿ ਰਹੇ ਹੋ, ਥੋੜੀ ਦੇਰ ਪਹਿਲਾਂ ਮੈਡਮ 380 ਦਾ ਦਿੰਦੇ ਆ। ਇਹ ਵਿਅਕਤੀ ਖੜਾ ਹੈ ਵੀ 380 ਰੁਪਏ ਦਾ ਖਰੀਦਣ ਲਈ ਤਿਆਰ ਹੈ। ਹੁਣ 75 ਦਾ ਕਿਵੇਂ ਹੋ ਗਿਆ? ਪ੍ਰਿੰਟ 380 ਦਾ ਹੀ ਆਉਂਦਾ ਨਾ ਜੀ, ਉਹ 75 ਦਾ ਸਰ। 75 ਰੁਪਏ ਦਿੰਦੇ ਹੋ? ਜੀ ਨਹੀਂ ਪਰ ਇੱਥੇ ਦੇ ਗਾਹਕ ਦਾ ਕਹਿੰਦੇ 380 ਦਾ ਮਿਲਦਾ। ਫੀਸ ਵੀ ਹੈ ਸਰ, ਅਲੱਗ ਫੀਸ ਹੈ ਤੇ ਕਿੰਨੀ ਫੀਸ ਹੈ? 75 ਦੱਸ ਦਿਓ ਮਾੜਾ ਜਿਹਾ detail। 300 ਸਰ। 300 ਕਿਸ ਚੀਜ਼ ਦੀ ਫੀਸ ਹੈ? ਉਹ ਤਾਂ ਮੈਡਮ ਦੀ ਅਸਰ ਜਦੋਂ ਪੇਸ਼ੈਂਟ ਆਉਂਦਾ ਦਿਖਾਉਂਦਾ ਉਸ ਚੀਜ਼ ਲਈ। ਅੱਛਾ ਉਹ ਤਾਂ 380 ਰੁਪਏ ਦਿੰਦੇ ਹੋ? ਜੀ ਤੇ ਇੱਥੇ 5 ਗੋਲੀਆਂ ਵੀ ਦੇ ਦਿੰਦੇ ਹੋ? ਸਰ ਆ ਗਏ ਕਿਹੜੇ ਸਰ? ਮੈਂ ਕਰਦਾ ਨਾ ਇਹ ਡਾਕਟਰ ਸਾਹਿਬ ਹੈ? ਇਹ ਤਾਂ ਵੈਸੇ ਹੀ ਨਹੀਂ। ਅੱਛਾ। ਸੋ ਇੱਥੇ EMPLOYE ਹੈ ਜਿਹੜੇ ਕੰਮ ਕਰਦੇ ਆ, ਇਹਨਾਂ ਦਾ ਕਹਿਣਾ ਹੈ ਕਿ ਡਾਕਟਰ ਸਾਹਿਬ ਦੀ 300 ਰੁਪਏ ਫੀਸ ਹੈ, ਉਸ ਤੋਂ ਇਲਾਵਾ 75 ਰੁਪਏ ਲਾ ਕੇ ਅਸੀਂ 380 ਰੁਪਏ ਇੱਕ ਕਸਟਮਰ ਤੋਂ ਜਿਹੜੇ ਚਾਰਜ ਕਰਦੇ ਆ। ਪਰ ਤੁਸੀਂ ਦੇਖਿਆ ਕਿ ਡਾਕਟਰ ਤਾਂ ਸਵੇਰੇ ਹੀ ਚਲਾ ਜਾਂਦਾ, ਇੱਥੇ ਡਾਕਟਰ ਕੋਈ ਨਹੀਂ ਹੁੰਦਾ, ਸਿੱਧਾ ਹੀ 380 ਰੁਪਏ ਦਾ ਪੱਤਾ ਵੇਚਿਆ ਜਾ ਰਿਹਾ। ਇਸ ਦੇ ਲਈ ਕੋਈ ਸਪਸ਼ਟੀਕਰਨ ਦਿੰਦਾ ਕਿ ਨਹੀਂ ਦਿੰਦਾ, ਇਹ ਹੁਣ ਇੱਥੇ ਜਿਹੜੇ ਲੋਕ ਹੈ ਉਹਨਾਂ ਨੂੰ ਪੁੱਛਣਾ ਪਊਗਾ, ਕਿਉਂਕਿ ਇਹ ਹਜੇ ਅੰਦਰ ਜਾਣ ਦੀ ਵੀ ਪਰਮਿਸ਼ਨ ਨਹੀਂ ਦੇ ਰਹੇ। ਹੁਣ ਤਾਂ ਹੋ ਗਏ 6-7 ਮਹੀਨੇ। ਅੱਛਾ ਵੱਡਾ ਪੱਤਾ ਕਿੰਨਾ ਦਿੰਦੇ? 380 ਛੋਟਾ 220 ਹਮੇਸ਼ਾ ਹੀ ਰੇਟ ਮਿਲਦਾ? ਇਹੀ ਰੇਟ ਹੀ ਹੈ। ਅੱਛਾ ਕਦੇ ਡਾਕਟਰ ਸਲਾਹ ਵੀ ਦਿੰਦੇ ਤੁਹਾਨੂੰ? ਹਾਂ ਨਾ ਸਲਾਹ ਹੋਈ ਹੈ। ਨਹੀਂ ਚੈੱਕ ਕਰਦੇ ਲੋਕ? ਹਾਂ ਚੈਕਿੰਗ ਹੋਈ ਹੈ, ਮਹੀਨੇ ਕੇ ਬਾਅਦ ਚੈੱਕ ਕਰਦੇ हैं। ਕਿੰਨੇ ਰੋਗੀ ਦਵਾਈ ਖਾਂਦੇ ਹੋ? ਠੀਕ ਨਹੀਂ ਕਿੰਨੇ ਦਾ 380 ਮਿਲਦਾ? ਕਿਹੜੀ ਖਾਣਾ? ਅਜਨੋ ਕੱਟ ਨਹੀਂ ਕਦੇ ਦਿੱਤਾ ਪੱਤਾ? ਪੈਸੇ ਕੱਟ ਨਹੀਂ ਦਿੰਦੇ ਕਦੇ ਪੱਤੇ ਦੇ? ਨਹੀਂ ਜਿਹੜਾ ਰੇਟ ਹੈਗਾ ਉਹ 380 ਰੁਪਏ। ਕੋਈ ਫੀਸ ਫੂਸ ਵੀ ਲੈਣੇ ਆ? ਚੈੱਕ ਕਰਦੇ ਕਦੇ ਤੈਨੂੰ ਬਿਠਾ ਕੇ? हाँ जिन्नी फाइल से चाहिए उन्नी दवाई दे देंगे। तो फाइल है नहीं सी ਉਹਦੇ ਕੋਲ? जी ਉਹਦੇ ਕੋਲ ਕੋਈ ਫਾਈਲ ਹੈ ਨਹੀਂ ਸੀ। नंबर दसो ना अपनी फाइल का मैंने। ਕਿੰਨੇ ਦਾ ਇੱਕ ਪੱਤਾ ਜੀ? केड़ा ਅਡਨੋਬ ਦਾ? नहीं थोड़ी दवाई चल रही है ਮੇਰੇ ਬ੍ਰਦਰ ਦੀ ਚੱਲ ਰਹੀ ਹੈ। ਹੈ ਪੱਤਾ ਕਿੰਨੇ ਦਾ ਜੀ? एक तो पत्ता 380 है, छोटा पत्ता 200। ਅੱਛਾ 2mg ਵਾਲਾ? 2mg ਵਾਲਾ 380 ਦਾ ਜੀ। ਡਾਕਟਰ ਸਾਹਿਬ ਬੈਠੇ हैं? पूरे इस टाइम पर सब कोई है ही नहीं, खांसी से मेडिसिन दे रहे हैं मैडम, ट्रेन पे मैडम आते हैं जिन्ने पेशेंट होंगे उन्होंने देख के चले जाते हैं मैडम, जीरकपुर चले जाते हैं पेशेंट देखने वास्ते जी। जॉब करते हैं जी? रख लो ਤੁਹਾਡੇ ਕੰਮ ਆ ਜਾਏਗਾ। ਇਹਨਾਂ ਲੋੜ ਪੈ ਜਾਂਦੀ ਹੈ। ਹੁਣ ਕੋਈ ਵੀ ਇੰਚਾਰਜ ਨਹੀਂ, ਤੁਸੀਂ ਇੰਚਾਰਜ ਹੋ? डॉक्टर मोनिका टंडन जी। मैडम आपका कौन सा है? हमारा लाइफ केयर डी एडिक्शन ट्रीटमेंट सेंटर है हमारा, न्यूरोसाइकेट्री लाइफ केयर हॉस्पिटल पटियाला। ठीक है मैम, एक कंप्लेंट है कि जो 75 रुपये में देने वाली दवाई है जो गवर्नमेंट बोलती है वो आपके सेंटर में 380 की दी जा रही है पिछले लंबे समय से। नहीं सर, फर्स्ट ऑफ ऑल मैं आपको जरूर बताना चाहूँगी कि जो गवर्नमेंट ने पॉलिसी निकाली थी हमारे लिए बिफोर कैपिंग जो करी थी, उसमें उन्होंने बोला था कि 75 की स्ट्रिप देनी है, एंड हमने उसको फॉलो किया। हम लोगों को गवर्नमेंट सप्लाई से मेडिसिन मिलती थी वरनौर, तो वरनौर हम लोग लेते रहे और
वो हम लोग 75 की ही देते थे। उसके बाद उन्होंने लेटर निकाली हमें कि जो भी मेडिसिन है वो गवर्नमेंट हमको नहीं देगी, आपको अपनी अपनी ही मेडिसिन लेनी होगी। तो क्योंकि वो वरनौर हम लोग उठाते थे मॉडल टाउन डिस्पेंसरी से, गवर्नमेंट सेंटर से, उसके बाद वो मिलनी बंद हो गई। तो जितना हमारे पास पड़ा हुआ था स्टॉक वो हमने 75 का ही दिया है। उसके बाद जब वो मिलनी बंद हुई है तो हमने किसी और कंपनी से जो मेडिसिन लेनी शुरू कर दी। नेचुरली वो हमको 75 रुपीज़ की नहीं मिलती थी, उसकी नेचुरली जो रेट था वो थोड़ा ज़्यादा था। तो हम लोग क्या थे 75 की जब लेते थे हम लोग कोई फ़ी चार्ज नहीं करते थे। अब जैसे ये वाली होती है तो एक नॉमिनल सी, बहुत ज़्यादा नहीं होती, डॉक्टर की जितनी फीस हो सकती है, उसमें काउंसलिंग भी आ जाती है, डॉक्टर्स कंसल्टेशन भी आ जाती है, रजिस्ट्रेशन भी आ जाती है। तो उतना मेरे ख्याल से मिलाकर शायद आपको लगा होगा कि शायद 380 हो जाती है। तो जो मेडिसिन है वो हम 75 की ही रखते हैं। इस बारे में आपने कभी सरकार को लेटर या कोई मेल की है कि आपने 75 रुपये का तो बोर्ड लगा रखा है लेकिन हमें मिल नहीं रही, तो हम लॉस क्यों लेंगे? सर जब हमारी ये लगी थी, जब वरनौर की कम हुई थी, तो नेचुरल मैंने पर्सनल लेवल पे तो कुछ नहीं करा, टू बी वेरी ऑनेस्ट, है ना। पर ये है कि इट वाज क्वाइट अंडरस्टूड कि जितने की है वही है, बाकी अपनी अपनी जो है फीस। मेरे को तो जो ठीक लगा अपने सेंटर के लिए तो मैंने एक नॉमिनल सी फी रख के तो 75 की रखा है अभी, जब तक हम लोगों को रिटर्न ऑर्डर्स आ जाएंगे कि हाँ जी आपने कैसे कर, सॉरी आपने आगे कैसे प्रोसीड करना है इसको। ਸੋ ਤੁਸੀਂ ਦੇਖ ਸਕਦੇ ਹੋ ਕਿ ਸਰਕਾਰ ਦੇ ਵੱਡੇ ਵੱਡੇ ਦਾਅਵਿਆਂ ਦੀ ਪੋਲ ਇਸ ਤਰ੍ਹਾਂ ਖੁੱਲਦੀ ਹੈ। ਸਰਕਾਰ ਜਿਹੜੀ ਕਹਿ ਰਹੀ ਹੈ ਕਿ 106 ਸੈਂਟਰ ਬਣਾ ਕੇ ਅਸੀਂ ਲੱਖਾਂ ਨੌਜਵਾਨਾਂ ਦਾ ਨਸ਼ਾ ਛੁਡਾ ਦਿੰਦੇ ਹਾਂ, ਪਰ ਜ਼ਮੀਨੀ ਹਕੀਕਤ ਤੁਸੀਂ ਦੇਖ ਰਹੇ ਹੋ ਕਿ ਉਹ ਦਵਾਈ ਜਿਸ ਦਾ ਦਾਅਵਾ ਕੀਤਾ ਜਾ ਰਿਹਾ ਉਹ ਦਵਾਈ ਤਾਂ ਬਹੁਤ ਮਹਿੰਗੀ ਮਿਲਦੀ ਹੈ, ਜਿਸ ਦੇ ਨਾਲ ਇੱਕ ਨਸ਼ਾ ਛੱਡਣ ਵਾਲੇ ਦੀ ਆਰਥਿਕ ਲੁੱਟ ਹਰ ਰੋਜ਼ ਹੋ ਰਹੀ ਹੈ। ਤੇ ਫਿਰ ਕਈ ਲੋਕ ਇਹ ਵੀ ਕਹਿੰਦੇ ਕਿ ਇਸ ਨਾਲੋਂ ਸਸਤਾ ਤਾਂ ਨਸ਼ਾ ਮਿਲ ਜਾਂਦਾ। ਸੋ ਇੱਥੇ ਇਹ ਵੱਡਾ ਸਵਾਲ ਹੈ ਕਿ ਸਰਕਾਰ ਦੇ ਦਾਅਵੇ ਕਿੱਥੇ ਤੱਕ ਸੱਚ ਨੇ, ਕੀ ਉਹ ਅਖਬਾਰਾਂ, ਚੈਨਲਾਂ, ਨਿਊਜ਼ਾਂ ਤੇ ਕਾਗਜ਼ਾਂ ਦੇ ਵਿੱਚ ਹੀ ਬੋਲਦੇ ਆ, ਉਹਨਾਂ ਦੀ ਜ਼ਮੀਨੀ ਹਕੀਕਤ ਕੀ ਹੈ, ਇਸ ਬਾਰੇ ਤੁਹਾਨੂੰ ਹੋਰ ਵਿਸਥਾਰ ਦੇ ਵਿੱਚ ਦੱਸਾਂਗੇ। ਇਸ ਦੇ ਲਈ ਸਾਨੂੰ ਗੱਲ ਕਰਨੀ ਪਊਗੀ ਸਿਵਲ ਸਰਜਨ ਪਟਿਆਲਾ ਦੇ ਨਾਲ। ਗੱਲ ਕਰਦੇ ਹਾਂ ਉਹਨਾਂ ਨਾਲ, ਤੁਹਾਨੂੰ ਅਸਲੀ ਹਕੀਕਤ ਲੈ ਕੇ ਚੱਲਾਂਗੇ। ਡੇਲੀ ਪੋਸਟ ਦਾ ਮਕਸਦ ਇਹ ਹੁੰਦਾ ਹੈ ਕਿ ਜੜ ਤੱਕ ਜਾਇਆ ਜਾਵੇ ਖਬਰ ਦੀ ਔਰ ਸੱਚਾਈ ਦਰਸ਼ਕਾਂ ਦੇ ਸਾਹਮਣੇ ਲਈ ਜਾਵੇ। ਸੋ ਜਿਸ ਤਰ੍ਹਾਂ ਕਿ ਤੁਹਾਨੂੰ ਦਿਖਾਇਆ ਸੀ ਕਿ 75 ਰੁਪਏ ਵਾਲਾ ਪੱਤਾ ਜਿਹੜਾ ਵਿਅਕਤੀ 380 ਰੁਪਏ ਦਾ ਵੇਚ ਰਿਹਾ ਸੀ, ਉਸ ਹਸਪਤਾਲ ਦੇ ਬਾਹਰ ਤੁਹਾਨੂੰ ਸਾਰੀ ਘਟਨਾਕ੍ਰਮ ਦਿਖਾਇਆ ਸੀ। ਉਸ ਵਕਤ ਹੀ ਸਿਵਲ ਸਰਜਨ ਡਾਕਟਰ ਹਰੀਸ਼ ਮਲਹੋਤਰਾ ਨਾਲ ਫੋਨ ਤੇ ਗੱਲ ਕੀਤੀ, ਉਹਨਾਂ ਨੇ ਵੀ ਤੁਰੰਤ ਐਕਸ਼ਨ ਲੈਂਦੇ ਹੋਏ ਉੱਥੇ ਚੈਕਿੰਗ ਟੀਮ ਭੇਜ ਦਿੱਤੀ ਸੀ। ਸੋ ਉਸ ਤੋਂ ਬਾਅਦ ਉਸ ਵਿਅਕਤੀ ਵੱਲੋਂ ਇਸ ਚਿੱਠੀ ਦਾ ਹਵਾਲਾ ਦਿੱਤਾ ਗਿਆ ਸੀ। ਇਸ ਵਕਤ ਸਾਡੇ ਨਾਲ ਮੌਜੂਦ ਨੇ ਸਿਵਲ ਸਰਜਨ ਡਾਕਟਰ ਹਰੀਸ਼ ਮਲਹੋਤਰਾ। ਉਹਨਾਂ ਤੋਂ ਜਾਣਦੇ ਹਾਂ ਵੀ ਆਖਰ ਕੀ ਇਸ ਚਿੱਠੀ ਦੇ ਵਿੱਚ ਸੱਚਾਈ ਹੈ, ਕੀ ਇਸ 'ਚ ਫੈਕਟ ਨੇ ਜਿਸ ਦੇ ਚੱਲਦਿਆਂ ਉਹ 75 ਰੁਪਏ ਦੀ ਚੀਜ਼ 380 ਰੁਪਏ ਵਿੱਚ ਵੇਚਣ ਲਈ ਅਧਿਕਾਰ ਜਤਾ ਰਿਹਾ ਹੈ। ਡਾਕਟਰ ਸਾਹਿਬ ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ। ਸੋ ਇਹ ਚਿੱਠੀ ਦੇ ਆਧਾਰ ਤੇ ਕੀ ਉਹ 380 ਰੁਪਏ ਦਾ ਸਮਾਨ ਵੇਚ ਸਕਦਾ ਜੀ? ਦੇਖੋ ਇਸ 'ਚ ਤਾਂ ਹੀ ਲਿਖਿਆ ਵੀ ਉਹ ਮਾਰਕੀਟ ਤੋਂ ਸਪਲਾਈ ਲੈ ਸਕਦਾ ਹੈ, ਪਰ ਜੇ ਆਪਾਂ ਕਹੀਏ ਵੀ 75 ਵਾਲੀ 375 'ਚ ਵੇਚ ਸਕਦਾ, ਇਹ ਕੋਈ ਅਧਿਕ੍ਰਿਤ ਨਹੀਂ ਹੈ। ਫਿਰ ਵੀ ਮੈਂ ਜਦ ਆਪ ਦਾ ਮੈਸੇਜ ਆਇਆ, ਜਦ ਇਹ ਡਿਪਟੀ ਮੈਡੀਕਲ ਕਮਿਸ਼ਨਰ ਜਿਹੜੇ ਕਿ ਮੈਂਟਲ ਹੈਲਥ ਪ੍ਰੋਗਰਾਮ ਦੇਖਦੇ ਨੇ ਉਹਨਾਂ ਨੂੰ ਤੁਰੰਤ ਭੇਜਤਾ ਸੀ, ਅਤੇ ਉਹ ਹੁਣ ਮੈਨੂੰ ਰਿਪੋਰਟ ਸਬਮਿਟ ਕਰ ਰਹੇ ਨੇ। ਅਤੇ ਸਵੇਰੇ ਅਸੀਂ ਡਾਇਰੈਕਟਰ ਸਾਹਿਬ ਨੂੰ ਵੀ ਲਿਖਾਂਗੇ ਕਿ ਇਹ ਕਾਉਂਸਲਿੰਗ ਦੀ ਫੀਸ ਵਗੈਰਾ ਵਗੈਰਾ ਦੀ ਆੜ 'ਚ ਕਾਫੀ ਪੈਸੇ ਵਸੂਲ ਰਹੇ ਹੈ, ਔਰ ਉਹਦੀ ਕੋਈ ਜਿਹੜੀ ਕਾਉਂਸਲਿੰਗ ਫੀਸ ਸੋ ਕਾਲਡ ਇਹ ਲੈ ਰਹੇ ਨੇ ਉਹਦਾ ਵੀ ਕੋਈ ਟੈਨਿਓਰ ਨਹੀਂ ਹੈ ਵੀ ਉਹ 10 ਦਿਨ ਲਈ ਲਾਗੂ ਹੈ, 15 ਦਿਨ ਲਿਆ, 20 ਦਿਨ ਲਿਆ। ਇਹਨਾਂ ਦੇ ਕਹਿਣ ਮੁਤਾਬਕ 18-20 ਦਿਨ ਲਿਆ। ਸੋ ਮੈਂ ਇਹਦੇ ਖਿਲਾਫ ਬਣਦੀ ਐਕਸ਼ਨ ਲਈ ਡਾਇਰੈਕਟਰ ਸਾਹਿਬ ਨੂੰ ਰਿਕਮੈਂਡ ਕਰਦਾ। ਸਰਦਾਰ ਸਾਹਿਬ ਜਿਸ ਤਰ੍ਹਾਂ ਕਿ ਗੱਲ ਕਰੀਏ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕੰਸਲਟੈਂਟ ਫੀਸ ਹੈ ਜਿਹੜੀ ਉਹ 300 ਰੁਪਏ ਕਹਿ ਕੇ 380 ਤਾਂ ਵਸੂਲੇ ਜਾ ਰਹੇ, 300 ਰੁਪਏ ਫੀਸ ਕਿਹਾ ਜਾ ਰਿਹਾ, ਪਰ ਕਿਸੇ ਨੂੰ ਉੱਥੇ ਕਿਸੇ ਕਿਸਮ ਦੀ ਜਿਹੜੀ ਹੈ ਕੰਸਲਟੇਸ਼ਨ ਜਿਹੜੀ ਨਹੀਂ ਦਿੱਤੀ ਜਾ ਰਹੀ, ਨਾ ਹੀ ਉੱਥੇ ਮਰੀਜ਼ ਤੋਂ ਕੋਈ ਪੁੱਛਿਆ ਜਾਂਦਾ। ਬਸ ਮਰੀਜ਼ ਪਹੁੰਚਦਾ, ਗੇਟ ਦੇ ਉੱਤੇ ਇੱਕ ਵਿਅਕਤੀ ਬੈਠਾ, ਉਹ ਪਰਚੀ ਕੱਟ ਕੇ ਟੋਕਨ ਫੜਾ ਦਿੰਦਾ ਅਤੇ ਉਸ ਤੋਂ ਬਾਅਦ ਅੰਦਰ ਜਾ ਕੇ ਸਿਰਫ ਦਵਾਈ ਮਿਲ ਰਹੀ ਹੈ। ਇਹਦੇ ਵਿੱਚ ਕਿੱਥੇ ਉਹਨੇ ਸਲਾਹ ਲਿੱਤੀ ਹੈ ਡਾਕਟਰ ਦੀ? ਕੋਈ ਸਲਾਹ ਨਹੀਂ ਲਿੱਤੀ। ਸਿੱਧੇ ਤੌਰ ਦੇ ਉੱਤੇ ਇਹ ਜਿਹੜਾ ਹੈ ਇਸ ਚੀਜ਼ ਨੂੰ ਮਹਿੰਗੇ ਰੇਟਾਂ ਦੇ ਵਿੱਚ ਵੇਚਿਆ ਜਾ ਰਿਹਾ। ਅਤੇ ਕੀ ਕਾਰਵਾਈ ਹੋ ਸਕਦੀ ਹੈ ਅਤੇ ਕਦੋਂ ਤੱਕ ਕਾਰਵਾਈ ਹੋ ਜਾਏਗੀ? ਦੇਖੋ ਕਾਰਵਾਈ ਤਾਂ ਇਹ ਹੈ, ਕਾਰਵਾਈ ਦੀ ਜਿਹੜੀ ਮਤਲਬ ਪਾਵਰਸ ਹੈ ਉਹ ਮੇਰੇ ਕੋਲ ਨਹੀਂ ਹੈ, ਪਰ ਮੈਂ ਰਿਕਮੈਂਡ ਕਰ ਦਾਂਗਾ ਚਾਹੇ ਇਹਦਾ ਲਾਇਸੈਂਸ ਸਸਪੈਂਡ ਕਰਿਆ ਜਾਵੇ, ਚਾਹੇ ਕੈਂਸਲ ਕਰਿਆ ਜਾਵੇ, ਇਹ ਉੱਚ ਅਧਿਕਾਰੀਆਂ ਨੇ ਦੇਖਣਾ। ਪਰ ਮੈਂ ਰਿਪੋਰਟ ਜਿਸ ਤਰ੍ਹਾਂ ਵੀ ਹੈ, ਜੋ ਤੱਥ ਹੈ ਉਸ ਤਰ੍ਹਾਂ ਇਨਵਿਨ ਹੈੱਡਕੁਆਟਰ ਭੇਜ ਦਾਂਗਾ। ਸਲਾਹ ਦੀ ਫੀਸ ਦਾ ਵੀ ਕੋਈ ਟੈਨਿਓਰ ਤਾਂ ਰੱਖੇਗਾ ਨਾ, ਵੀ 300 ਰੁਪਏ ਸਪੋਜ਼ ਕਰੋ ਲਏ ਆ, ਮਹੀਨੇ ਲਈ ਲਾਗੂ ਹੈ, ਬਹੁਤ ਜ਼ਿਆਦਾ ਹੈ ਮੇਰੇ ਹਿਸਾਬ ਤੋਂ। ਮੈਂ ਵੇਟ ਕਰ ਰਿਹਾ ਕਿ DMC ਮੈਨੂੰ ਰਿਪੋਰਟ ਦੇ ਦੇਣ ਸ਼ਾਮ ਤੱਕ, ਅਤੇ ਸਵੇਰੇ ਮੈਂ ਉਸ ਤਰ੍ਹਾਂ ਹੀ ਹੈੱਡਕੁਆਟਰ ਨੂੰ ਆਪਣੇ ਘੱਲ ਦਿਆਂਗਾ। ਨੈਚੁਰਲੀ ਅਸੀਂ ਚੈੱਕ ਕਰਦੇ ਰਹਿੰਦੇ ਹਾਂ। ਦੇਖੋ ਇਸ ਤਰ੍ਹਾਂ ਹੈਗਾ, ਰੈਗੂਲਰ ਕਰਦੇ ਰਹਿੰਦੇ ਹਾਂ। ਜਿਸ ਤਰ੍ਹਾਂ ਵੀ ਨੋਟਿਸ ਚਾਹੁੰਦਾ ਅੱਗੇ ਵੀ ਮੈਂ ਰਿਪੋਰਟਸ ਬਣਾ ਕੇ ਹੈੱਡਕੁਆਟਰ ਨੂੰ ਭੇਜ ਦਿੰਦਾ। ਬੰਦੀ ਕਾਰਵਾਈਆਂ ਵੀ ਹੋਈਆਂ
ਤੇ ਯਕੀਨ ਹੈ ਕਿ ਇਸ ਤੇ ਵੀ ਕੋਈ ਨਾ ਕੋਈ ਐਕਸ਼ਨ ਲਿਆ ਜਾਵੇ।